फतेह बुलाओ। आखो जी वाहिगुरु जी का खालसा वाहिगुरु जी की फतेह। हजूर ने बचन आखे सन पंच परवान पंच प्रधान पंचे पावे दरगे मान। ਜਿਹੜੇ ਗੁਰਮੁਖ ਜਨ ਨੇ ਬੰਦਗੀ ਕਰਨ ਵਾਲੇ ਨੇ ਉਹ ਤੇਰੇ ਦਰ ਪ੍ਰਵਾਨ ਨੇ, ਉਹ ਤੇਰੇ ਦਰ ਪ੍ਰਧਾਨ ਨੇ, ਉਹ ਰੱਬੀ ਦਰਗਾਹ ਵਿੱਚ ਮਾਨ ਪਾਉਂਦੇ ਐ। ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ। ਉਹ ਤੇਰੇ ਦਰ ਤੇ ਸ਼ੋਭਾ ਪਾਉਂਦੇ ਐ ਤਾਂ ਕਰਕੇ ਕਿਉਂਕਿ ਉਹਨਾਂ ਦਾ ਜਿਹੜਾ ਧਿਆਨ ਹੈ ਉਹ ਇੱਕ ਪਰਮੇਸ਼ਵਰ ਦੀ ਇਬਾਦਤ ਵਿੱਚ ਹੈ। ਸਤਿਗੁਰੂ ਦੀ ਪਵਿੱਤਰ ਬਾਣੀ ਪੜੋ। ਹੁਣ ਅਗਲੇ ਬਚਨ ਜਿਹੜੇ ਆਰੰਭ ਹੋਏ। ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰ। ਸਹਿਬ ਨੇ ਇੱਕ ਬਚਨ ਆਖਿਆ, ਕਹਿਣ ਲੱਗੇ ਭਲਿਆ ਤੂੰ ਕਾਦਰ ਦੀ ਤੇ ਗੱਲ ਛੱਡ, ਪਰਮੇਸ਼ਵਰ ਦੀ ਤੇ ਗੱਲ ਛੱਡ, ਤੂੰ ਕਦੀ ਪਰਮਾਤਮਾ ਦੀ ਬਣਾਈ ਕੁਦਰਤ ਦਾ ਵੀ ਅੰਤ ਨਹੀਂ ਪਾ ਸਕਦਾ। ਜੇ ਕੋ ਕਹੈ ਕਰੈ ਵਿਚਾਰ, ਜੇ ਕੋਈ ਕਹੇ ਤੇ ਇਹ ਵਿਚਾਰ ਕਰੇ, ਕਰਤੇ ਕਹਿ ਕਰਨੈ, ਸ਼ਬਦ ਵੱਲ ਖਿਆਲ ਕਰਿਓ। ਅਰਥ ਕਰਤੇ ਕਹਿ ਕਰਨੈ, ਕਰਤੇ ਦਾ ਅਰਥ ਵਾਹਿਗੁਰੂ ਪਰਮਾਤਮਾ ਜੀ ਨੇ ਸਭ ਕੁਝ ਕੀਤਾ ਹੈ। ਕਰਤੇ ਕਹਿ ਕਰਨੈ, ਕਰਨੈ ਦਾ ਅਰਥ ਉਸ ਮਾਲਕ ਦਾ ਜੋ ਕੁਝ ਕੀਤਾ ਹੋਇਆ, ਜੋ ਉਸ ਮਾਲਕ ਨੇ ਬਣਾਇਆ। ਨਾਹੀ ਸ਼ੁਮਾਰ, ਸ਼ੁਮਾਰ ਦਾ ਅਰਥ ਅੰਤ। ਉਸ ਮਾਲਕ ਦੀ ਕਾਦਰ ਦੀ ਬਣਾਈ ਕੁਦਰਤ ਦਾ ਬੰਦੇ ਤੂੰ ਅੰਤ ਨਹੀਂ ਪਾ ਸਕਦਾ। ਉਹ ਪਰਮਾਤਮਾ ਤੇ ਬੇਅੰਤ ਹੈ। ਗੁਰੂ ਜੀ ਦਾ ਇਹ ਬਚਨ ਆਪ ਦੀ ਬਾਣੀ ਵਿੱਚੋਂ ਪੜ੍ਹਦੇ ਹੋ। ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਵਨ ਸੁਮਾਰ। ਹੇ ਪ੍ਰਮਾਤਮਾ, ਤੇਰੀਆਂ ਦਿੱਤੀਆਂ ਦਾਤਾਂ ਦੀ ਕੋਈ ਕੀਮਤ ਨਹੀਂ ਪਾ ਸਕਦਾ। ਕਿਸੇ ਤੇਰਾ ਕੀ ਅੰਤ ਪਾਉਣਾ। ਤਾਂ ਇੱਥੇ ਜਿਹੜੇ ਬਚਨ ਇਹ ਵਰਤੇ ਸਤਿਗੁਰੂ ਇੱਥੇ ਪਿੱਛੇ ਭਾਵੇਂ ਵਿਸ਼ਾ ਆਰੰਭ ਕੀਤਾ ਸੀ ਪੰਜ ਪਰਵਾਨ ਦਾ, ਇੱਥੇ ਰੱਬੀ ਕੁਦਰਤ ਦੀ ਗੱਲ ਆਰੰਭ ਕੀਤੀ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਪੜੋ। ਸਾਹਿਬ ਕਹਿਣ ਲੱਗੇ ਸਜਣਾ, ਇਹ ਜਿਹੜੀ ਸ੍ਰਿਸ਼ਟੀ ਹੈ ਨਾ, ਇਹਦੇ ਵੱਲ ਵੇਖੇ ਇੱਕ ਇੱਕ ਰੱਬੀ ਦਾਤ ਵਿੱਚੋਂ ਤੂੰ ਰੱਬ ਨੂੰ ਚੇਤਾ ਕਰਿਆ ਕਰ। ਤੂੰ ਬਿਸਮਾਦ ਵਿੱਚ ਚਲਿਆ ਜਾਏਗਾ ਕਿ ਉਹ ਮਾਲਕ ਇੰਨਾ ਬੇਅੰਤ ਹੈ। ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬਚਨ ਹੈ, ਬਿਸਮਾਦ ਨਾਦ ਬਿਸਮਾਦ ਵੇਦ, ਬਿਸਮਾਦ ਜੀ ਬਿਸਮਾਦ ਭੇਦ, ਬਿਸਮਾਦ ਰੂਪ ਬਿਸਮਾਦ ਰੰਗ, ਬਿਸਮਾਦ ਨਾਂਗੇ ਫਿਰੇ ਜੰਤ। ਸਤਿਗੁਰੂ ਕਹਿਣ ਲੱਗੇ ਰੱਬੀ ਕੁਦਰਤ ਨੂੰ ਵੇਖੇ, ਕਾਦਰ ਦੀ ਕੁਦਰਤ ਨੂੰ ਵੇਖੇ ਤੇ ਤੂੰ ਬਹੁਤੀ ਵਾਰੀ ਕਾਦਰ ਦੀ ਕੁਦਰਤ ਨੂੰ ਤੱਕ ਕੇ ਉਹਦੇ ਸ਼ੁਕਰਾਨੇ ਵਿਜੁੜਿਆ ਕਰ। ਤੂੰ ਬੇਅੰਤ ਹੈ, ਸਭ ਕੁਝ ਤੇਰਾ ਬਣਾਇਆ। ਹੁਣ ਅੱਗੇ ਜਿਹੜਾ ਬਚਨ ਆਖਿਆ ਨਾ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਭਾਰਤ ਦੀ ਧਰਤੀ ਤੇ ਇੱਕ ਗੱਲ ਬਹੁਤ ਲੰਮੇ ਸਮੇਂ ਤੋਂ ਪ੍ਰਚਲਿਤ ਰਹੀ, ਅੱਜ ਵੀ ਕੁਝ ਲੋਕਾਂ ਦੀ ਮਨੌਤ ਹੋਵੇਗੀ ਕਿ ਜਿਹੜੀ ਧਰਤੀ ਹੈ ਨਾ, ਉਹ ਇੱਕ ਧੌਲੇ ਬਲਦ ਦੇ, ਧੌਲੇ ਦਾ ਭਾਵ ਚਿੱਟਾ ਬਲਦ, ਉਹਦੇ ਸਿੰਗ ਤੇ ਖਲੋਤੀ ਹੋਈ ਹੈ। ਇਹ ਗੱਲ ਬੜੀ ਪ੍ਰਚਲਿਤ ਰਹੀ। ਇੱਥੋਂ ਤੱਕ ਵੀ ਗੱਲ ਰਹੀ ਕਿ ਜਦੋਂ ਕਦੀ ਉਹ ਬਲਦ ਆਪਣਾ ਸਿੰਗ ਬਦਲਦਾ ਹੈ ਤੇ ਫਿਰ ਧਰਤੀ ਤੇ ਹਿਲਜੁਲ ਹੁੰਦੀ ਹੈ, ਜਿਹਨੂੰ ਅਸੀਂ ਭੂਕੰਪ ਸ਼ਬਦ ਵਰਤਨੇ ਹੈ, ਤੇ ਫਿਰ ਬਹੁਤ ਕੁਛ ਹਿਲਦਾ ਜੁਲਦਾ ਹੈ।
ਤੇ ਇਹ ਜਿਹੜੀ ਸਾਰੀ ਧਰਤੀ ਹੈ ਇਹ ਉਸ ਮਾਲਕ, ਇਹ ਬਣਾਈ ਧਰਤੀ ਹੈ ਜਿਹੜੀ ਉਹ ਬਲਦ ਦੇ ਆਸਰੇ ਖਲੋਤੀ ਹੈ। ਹੁਣ ਗੁਰੂ ਨਾਨਕ ਸਾਹਿਬ ਜੀ ਕੋਲ ਵੀ ਗੱਲ ਆਈ। ਜਦੋਂ ਗੁਰੂ ਨਾਨਕ ਸਾਹਿਬ ਕੋਲ ਗੱਲ ਆਈ ਤੇ ਸਾਹਿਬ ਕਹਿਣ ਲੱਗੇ, ਭਲਿਆ ਖਲੋਤੀ ਤੇ ਬਲਦ ਦੇ ਆਸਰੀ ਹੈ, ਪਰ ਉਹ ਬਲਦ ਕੋਈ ਪਸ਼ੂ ਨਹੀਂ ਹੈ। ਹਜ਼ੂਰ ਨੇ ਅਸਲੀਅਤ ਸਮਝਾਈ। ਕਹਿਣ ਲੱਗੇ ਉਹ ਬਲਦ ਹੈ ਰੱਬੀ ਧਰਮ ਦਾ। ਰੱਬ ਨੇ ਆਪਣੇ ਧਰਮ ਦੇ ਆਸਰੇ ਉਸ ਧਰਤੀ ਨੂੰ ਖੜਿਆ ਕੀਤਾ, ਨਾ ਕਿ ਕਿਸੇ ਬਲਦ ਦੇ ਆਸਰੇ। ਇਹ ਇੱਕ ਇੱਕ ਪਹਿਲਾਂ ਅਰਥ ਸੁਣ ਲਵੋ, ਫਿਰ ਆਪਾਂ ਇਹਨੂੰ ਵਿਚਾਰਦੇ ਹਾਂ। ਸਾਹਿਬ ਕਹਿਣ ਲੱਗੇ ਧੌਲ, ਧੌਲ ਦਾ ਅਰਥ ਹੈ ਬਲਦ ਚਿੱਟਾ। ਧਰਮ ਦਇਆ ਕਾ ਪੂਤ, ਇਹ ਜਿਹੜੀ ਧਰਤੀ ਹੈ ਉਹ ਧਰਮ ਦੇ ਆਸਰੇ, ਰੱਬ ਨੇ ਆਪਣੇ ਹੁਕਮ ਦੇ ਆਸਰੇ। ਧਰਮ ਦਾ ਅਰਥ ਉਂਝ ਧਾਰਨ ਕਰਨਾ, ਧਰਮ ਦਾ ਅਰਥ ਫਰਜ਼ ਵੀ ਹੁੰਦਾ ਹੈ, ਧਰਮ ਦਾ ਅਰਥ ਰੱਬੀ ਹੁਕਮ ਵੀ ਹੈ। ਉਸ ਮਾਲਕ ਨੇ ਆਪਣੇ ਹੁਕਮ ਦੇ ਵਿੱਚ, ਆਪਣੀ ਰਜ਼ਾ ਦੇ ਵਿੱਚ ਇਹ ਧਰਮ ਦੇ ਆਸਰੇ ਖੜਿਆ ਕੀਤੀ ਹੈ। ਪਰ ਨਾਲ ਇੱਕ ਬਚਨ ਵਰਤੇ, ਜਿਹੜਾ ਧਰਮ ਹੈ ਨਾ, ਦਇਆ ਕਾ ਪੂਤ, ਧਰਮ ਦਇਆ ਵਿੱਚੋਂ ਨਿਕਲਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਉਂਝ ਸਤਿਗੁਰੂ ਤੋਂ ਪੁੱਛੋ ਮਹਾਰਾਜ ਧਰਮ ਦੀ ਕੀ ਪਰਿਭਾਸ਼ਾ ਹੈ। ਆਪਾਂ ਬਹੁਤ ਵਾਰੀ ਪੜ੍ਹਦੇ ਹਾਂ, ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਗੁਰੂ ਨਾਨਕ ਸਾਹਿਬ ਜੀ ਨੇ ਤੇ ਇੱਥੋਂ ਤੱਕ ਵੀ ਬਚਨ ਆਖੇ। ਕਹਿਣ ਲੱਗੇ ਪਹਿਲਾਂ ਕੁਝ ਮਨੁੱਖਾਂ ਨੇ ਆਪੋ ਆਪਣੇ ਧਰਮ ਮਿਥ ਲਏ ਸੀ। ਇੱਕ ਜੋਗੀ ਹੈ ਜਿਹਨੇ ਧਰਮ ਮਿਥ ਲਿਆ, ਮੈਂ ਕੱਲੀ ਗਿਆਨ ਦੀ ਗੱਲ ਕਰਨੀ ਹੈ, ਗਿਆਨ ਪੜ੍ਹਨਾ ਹੈ, ਗਿਆਨ ਪੜ੍ਹਾਉਣਾ ਹੈ। ਜੋਗੀ ਨੇ ਆਪਣਾ ਧਰਮ ਮਿਥਿਆ। ਦੂਜਾ ਬ੍ਰਾਹਮਣ ਹੈ। ਸਾਹਿਬ ਕਹਿਣ ਲੱਗੇ ਬ੍ਰਾਹਮਣ ਨੇ ਆਪਣਾ ਧਰਮ ਮਿਥ ਲਿਆ ਕਿ ਮੈਂ ਕੱਲੇ ਵੇਦ ਪੜ੍ਹਨੇ ਹੈ, ਵੇਦ ਪੜ੍ਹਾਉਣੇ ਹੈ। ਤੀਜਾ ਖੱਤਰੀ ਹੈ, ਉਹਨੇ ਆਪਣਾ ਧਰਮ ਮਿਥ ਲਿਆ ਕਿ ਮੈਂ ਇਕੱਲਾ ਜੰਗ ਦੇ ਮੈਦਾਨ ਵਿੱਚ ਜੂਝਣਾ। ਚੌਥਾ ਸ਼ੂਦਰ ਹੈ, ਉਹਨੂੰ ਆਖਿਆ ਵੀ ਤੂੰ ਇਹਨਾਂ ਸਾਰਿਆਂ ਦੀ ਟਹਿਲ ਸੇਵਾ ਕਰਨੀ ਹੈ। ਆਪੋ ਆਪਣੇ ਇਹ ਧਰਮ ਮਿਥ ਲਏ। ਬਾਣੀ ਦਾ ਬਚਨ ਹੈ ਜੋਗ ਸ਼ਬਦੰਗ। ਇੱਥੇ ਸ਼ਬਦੰਗ ਦਾ ਅਰਥ ਹੈ ਧਰਮ। ਗਿਆਨ ਸ਼ਬਦੰਗ, ਵੇਦ ਸ਼ਬਦੰਗ ਬ੍ਰਹਮਣ ਹੈ। ਖੱਤਰੀ ਸ਼ਬਦੰਗ, ਸੂਰ ਸ਼ਬਦੰਗ, ਸ਼ੂਦਰ ਸ਼ਬਦੰਗ ਪ੍ਰਾਕਿਰਤ ਹੈ। ਪਰ ਗੁਰੂ ਨਾਨਕ ਸਾਹਿਬ ਤੋਂ ਪੁੱਛਿਆ ਮਹਾਰਾਜ ਇਹਨਾਂ ਦੇ ਆਪੋ ਆਪਣੇ ਮਿੱਥੇ ਧਰਮ ਠੀਕ ਨੇ? ਸਾਹਿਬ ਕਹਿਣ ਲੱਗੇ ਨਹੀਂ, ਇਹ ਭੁਲੇਖੇ ਵਿੱਚ ਨੇ। ਅਸਲ ਵਿੱਚ ਤੇ ਸਰਬ ਸ਼ਬਦੰਗ, ਸਾਰਿਆਂ ਦਾ ਜਿਹੜਾ ਧਰਮ ਹੈ ਉਹ ਇੱਕੋ ਹੀ ਹੈ। ਸਰਬ ਸ਼ਬਦੰਗ, ਏਕ ਸ਼ਬਦੰਗ, ਸਾਰਿਆਂ ਦਾ ਧਰਮ ਇੱਕ ਪਰਮਾਤਮਾ ਦੇ ਚਰਨਾਂ ਵਿੱਚ ਜੁੜਨਾ ਹੈ। ਸਰਬ ਸ਼ਬਦੰਗ ਏਕ ਸ਼ਬਦੰਗ, ਜੇ ਕੋ ਜਾਣੈ ਭਿਓ, ਜੇ ਕੋਈ ਇਸ ਭੇਦ ਨੂੰ ਸਮਝ ਲਏ, ਨਾਨਕ ਤਾਕਾ ਦਾਸ ਹੈ ਸੋਈ ਨਿਰੰਜਨ ਦੇਵ। ਕਹਿਣ ਲੱਗੇ ਮੈਂ ਉਹਦਾ ਦਾਸ ਹੈ ਜਿਹੜਾ ਇੱਕ ਪਰਮਾਤਮਾ ਦੇ ਚਰਨਾਂ ਵਿੱਚ ਜੁੜ ਕੇ ਰੱਬੀ ਇਬਾਦਤ ਕਰਕੇ ਆਪਣੇ ਜੀਵਨ ਵਿੱਚ ਧਰਮ ਨੂੰ ਕਮਾਉਂਦਾ ਹੈ। ਤਾਂ ਧਰਮ ਦੀ ਪਰਿਭਾਸ਼ਾ ਕਦੇ ਭੁੱਲਿਓ ਨਾ। ਲੋਕਾਂ ਵੱਖਰੇ ਵੱਖਰੇ ਧਰਮ ਬਣਾਏ ਨੇ। ਧਰਮ ਦੀ ਜਿਹੜੀ ਪਰਿਭਾਸ਼ਾ ਹੈ ਉਹ ਰੱਬੀ ਇਬਾਦਤ ਕਰਨਾ ਹੈ। ਹੁਣ ਇੱਥੇ ਜਿਹੜਾ ਬਚਨ ਆਖਿਆ, ਕਹਿਣ ਲੱਗੇ ਧੌਲ ਧਰਮ ਦਇਆ ਕਾ ਪੂਤ। ਸਾਹਿਬ ਕਹਿਣ ਲੱਗੇ ਜਿਹੜਾ ਧਰਮ ਹੈ ਉਹ ਦਇਆ ਦਾ ਪੁੱਤਰ ਹੈ। ਇਹਦੇ ਵਿੱਚ ਕੋਈ ਦੋਰਾਮਾ ਨਹੀਂ। ਜਿਸ ਹਿਰਦੇ ਵਿੱਚ ਦਇਆ ਹੈ, ਜਿਹਨੂੰ ਤਰਸ ਆਖਿਆ ਜਾਂਦਾ ਹੈ, ਉਹੀ ਧਰਮ ਕਮਾ ਸਕਦਾ ਹੈ। ਤੁਸੀਂ ਵੇਖੋ ਇਤਿਹਾਸ ਦੇ ਪੰਨਿਆਂ ਵਿੱਚੋਂ ਗੁਰੂ ਨਾਨਕ ਸਾਹਿਬ ਜੀ ਦੀ 9 ਸਾਲ ਦੀ ਅਰਬਲਾ ਹੋਈ।
ਇੱਕ ਵੱਡਾ ਇਕੱਠ ਤਲਵੰਡੀ ਦੀ ਧਰਤੀ ਤੇ ਮਹਿਤਾ ਕਾਲੂ ਜੀ ਨੇ ਕੀਤਾ। ਆਪਣੇ ਪਰਿਵਾਰ ਵਿੱਚ ਉਹਨੇ ਸਾਕ ਸੰਬੰਧੀ ਬੁਲਾਏ, ਨਗਰ ਦੇ ਲੋਕ ਆਏ ਤੇ ਇਕੱਠ ਕਿਉਂ ਕੀਤਾ? ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਜਨੇਊ ਪਾਉਣਾ, ਜੰਝੂ ਪਾਉਣਾ। ਪੰਡਤ ਹਰਦਿਆਲ ਜੀ ਵੀ ਆ ਗਏ। ਮੈਂ ਇੱਕ ਬੇਨਤੀ ਤੁਹਾਨੂੰ ਕਰਾਂ, ਇਹ ਜਿਹੜਾ ਜਨੇਊ ਪਾਉਣਾ ਨਾ, ਜੰਝੂ ਪਾਉਣਾ, ਇਹਦਾ ਬਹੁਤ ਰੌਹ ਰੀਤ ਹੈ। ਇੱਕ ਬੇਨਤੀ ਕਰਾਂ, ਬ੍ਰਾਹਮਣ ਹੈ ਜਿਹੜਾ ਉਹ ਪਾਉਂਦਾ ਕਪਾਹ ਦਾ ਜਨੇਊ, ਜਿਹੜਾ ਖੱਤਰੀ ਹੈ ਉਹਨੂੰ ਪਾਇਆ ਜਾਂਦਾ ਹੈ ਦੂਰੇ ਧਾਗੇ ਦਾ ਜਨੇਊ। ਤੇ ਜਿਵੇਂ ਤੀਜੇ ਨੰਬਰ ਤੇ ਬਹਿਸ਼ ਹੈ, ਇਹਨੂੰ ਤੀਰੇ ਧਾਗੇ ਦਾ, ਬ੍ਰਾਹਮਣ ਕਹਿਰੇ ਧਾਗੇ ਦਾ। ਵੱਖਰੀ ਵੱਖਰੀ ਉਮਰ ਹੈ ਤੇ ਜਦੋਂ ਜਨੇਊ ਪਾਇਆ ਜਾਂਦਾ ਉਦੋਂ ਪੂਰਾ ਇਕੱਠ ਕਰਕੇ ਤੇ ਸਾਕ ਸੰਬੰਧੀ ਬੁਲਾ ਕੇ ਇਵੇਂ ਪੂਰੀ ਰੌਹ ਰੀਤ ਨਾਲ ਇੱਕ ਕਰਮ ਨਿਭਾਇਆ ਜਾਂਦਾ ਹੈ। ਸਦੀਆਂ ਤੋਂ ਲੈ ਕੇ ਜਿਹੜਾ ਚੱਲ ਰਿਹਾ ਸੀ। ਹੁਣ ਪੰਡਤ ਹਰਦਿਆਲ ਜੀ ਆਏ, ਮਹਿਤਾ ਕਾਲੂ ਜੀ ਦੇ ਘਰ। ਜਦੋਂ ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਜਨੇਊ ਪਾਉਣ ਆਇਆ ਤੇ ਹਜ਼ੂਰ ਨੇ ਇੱਕ ਬਚਨ ਆਖਿਆ, ਕਹਿਣ ਲੱਗੇ ਵੀ ਭਲਿਆ ਇਹਦੇ ਨਾਲ ਹੋਏਗਾ ਕੀ? ਉਹਨੇ ਆਖਿਆ, ਸਤਿਗੁਰੂ ਤੁਸੀਂ ਧਰਮੀ ਬਣ ਜਾਓਗੇ। ਹਜ਼ੂਰ ਕਹਿਣ ਲੱਗੇ ਵੀ ਫਿਰ ਮੇਰੀ ਮਾਤਾ ਤ੍ਰਿਪਤਾ ਜੀ 5 ਸਾਲ ਉਮਰ ਵਿੱਚ ਵੱਡੇ ਬੇਬੇ ਨਾਨਕੀ ਜੀ, ਉਹਨਾਂ ਦੇ ਤੇ ਪਾਇਆ ਨਹੀਂ। ਪੰਡਤ ਜੀ ਪਹਿਲਾਂ ਉਹਨਾਂ ਨੂੰ ਧਰਮੀ ਬਣਾਓ। ਹੁਣ ਪੰਡਤ ਹਰਦਿਆਲ ਜੀ ਕਹਿਣ ਲੱਗੇ ਵੀ ਜਿਹੜਾ ਮੇਰਾ ਧਰਮ ਹੈ ਉਹ ਇਜਾਜ਼ਤ ਨਹੀਂ ਦਿੰਦਾ ਵੀ ਇੱਕ ਇਸਤਰੀ ਜੰਝੂ ਪਹਿਨ ਸਕੇ। ਸਾਹਿਬ ਕਹਿਣ ਲੱਗੇ, ਪੰਡਤ ਹਰਦਿਆਲ ਜੀ ਕੱਲਾ ਧਾਗਿਆਂ ਦਾ ਜੰਝੂ ਪਾਉਣ ਵਾਲਿਓ, ਕਦੀ ਆਪਣੀ ਜਿੰਦ ਅੰਦਰ ਵੀ ਜੰਝੂ ਪਾਇਆ? ਜਦੋਂ ਸਤਿਗੁਰੂ ਉੱਥੇ ਰੱਬੀ ਉਪਦੇਸ਼ ਦੇਣ ਲੱਗੇ ਤੇ ਸਭ ਤੋਂ ਪਹਿਲਾ ਬਚਨ ਕੀ ਵਰਤਿਆ? ਜਿਹੜਾ ਜਪਜੀ ਸਾਹਿਬ ਵਿੱਚ ਮਹਾਰਾਜ ਕਹਿ ਰਹੇ ਆ ਨਾ, ਧੌਲ ਧਰਮ ਦਇਆ ਕਾ ਪੂਤ, ਧਰਮ ਦਇਆ ਦਾ ਪੁੱਤਰ ਹੈ। ਪੰਡਤ ਹਰਦਿਆਲ ਨੂੰ ਪਹਿਲਾ ਬਚਨ ਵਰਤਿਆ, ਕਹਿਣ ਲੱਗੇ ਦਇਆ ਕਪਾਹ। ਜੇ ਜਨੇਊ ਪਾਉਣਾ ਤੇ ਪਹਿਲਾਂ ਹਿਰਦੇ ਵਿੱਚ ਦਇਆ ਦੀ ਕਪਾਹ ਬਣਾ। ਸੰਤੋਖ ਸੂਤ, ਜਿਹੜਾ ਜਪਜੀ ਸਾਹਿਬ ਵਿੱਚ ਕਹਿ ਰਹੇ ਨੇ, ਸੰਤੋਖ ਥਾਪ ਰੱਖਿਆ ਜਿਨ ਸੂਤ। ਸਾਹਿਬ ਕਹਿਣ ਲੱਗੇ ਸੰਤੋਖ ਦਾ ਧਾਗਾ ਬਣਾ। ਜਤ ਗੰਢੀ, ਜਤ ਦੀਆਂ ਗੰਢਾਂ ਦੇ 7 ਵੱਟ, ਇਹਨੂੰ 7 ਦਾ ਵੱਟ ਚਾੜ। ਇਹ ਜਨੇਊ ਜੀ ਕਾ ਹਈ ਤੇ ਪਾਂਡੇ ਘੱਤ। ਇਹੋ ਜਿਹਾ ਜਨੇਊ ਜੇ ਤੇਰੇ ਕੋਲ ਹੈ, ਜਿਹਦੇ ਵਿੱਚ ਦਇਆ ਦੀ ਕਪਾਹ ਹੋਵੇ, ਸੰਤੋਖ ਦਾ ਸੂਤਰ ਹੋਵੇ, ਜੱਟ ਦੀਆਂ ਗੰਢਾਂ ਹੋਵਣ, 7 ਦਾ ਵੱਟ ਚਾੜਿਆ ਹੋਵੇ। ਸਾਹਿਬ ਕਹਿਣ ਲੱਗੇ ਮੈਨੂੰ ਕੋਈ ਇਤਰਾਜ਼ ਨਹੀਂ, ਪਹਿਨਾ ਦੇ। ਨਾ ਇਹ ਟੁੱਟੇ ਨਾ ਮਨ ਲੱਗੇ, ਨਾ ਇਹ ਜਲੇ ਨਾ ਜਾਏ। ਧਨ ਸੋ ਮਾਨਸ ਨਾਨਕਾ, ਜੋ ਗੱਲ ਚੱਲੇ ਪਾਏ। ਕਹਿਣ ਲੱਗੇ ਨਾ ਇਹਨੇ ਟੁੱਟਣਾ, ਨਾ ਇਹਨੂੰ ਮੈਲ ਲੱਗਣੀ ਹੈ, ਨਾ ਇਹਨੇ ਸੜਨਾ। ਇਹੋ ਜਿਹੇ ਪੁਰਖ ਧਨ ਨੇ ਜਿਹੜਾ ਇਹੋ ਜਿਹਾ ਜਨੇਊ ਪਾ ਕੇ ਤੁਰਦੇ ਹੈ। ਕਿਹੋ ਜਿਹਾ? ਦਇਆ ਦੀ ਕਪਾਹ ਵਾਲਾ। ਸਤਿਗੁਰੂ ਮਹਾਰਾਜ ਨੇ ਪੰਡਤ ਹਰਦਿਆਲ ਨੂੰ ਵੀ ਇਹ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਸੀ। ਕਹਿਣ ਲੱਗੇ ਧਰਮ ਦਾ ਪਹਿਲਾ ਜਿਹੜਾ ਕਰਮ ਹੈ ਉਹ ਦਇਆ ਹੈ। ਤੇ ਇੱਥੇ ਤੇ ਬਚਨ ਆਖਿਆ, ਧੌਲ ਧਰਮ ਦਇਆ ਕਾ ਪੂਤ। ਜਿਹੜਾ ਧਰਮ ਹੈ ਉਹ ਦਇਆ ਦਾ ਪੁੱਤਰ ਹੈ। ਤੁਸੀਂ ਇਤਿਹਾਸ ਵਿੱਚੋਂ ਪੜੋ, ਤੁਲਸੀ ਨੇ ਵੀ ਇੱਕ ਬਚਨ ਆਖਿਆ, ਬੇਨਤੀ ਕਰਾਂ, ਉਹ ਸ਼ਬਦ ਵਰਤਦਾ, ਕਹਿਣ ਲੱਗੇ ਦਇਆ ਧਰਮ ਕੋ ਮੂਲ ਹੈ, ਪਾਪ ਤਜ ਅਭਮਾਨ। ਤੁਲਸੀ ਦਇਆ ਨਾ ਛੋੜੀਐ, ਜਬ ਲਗ ਘਟ ਮੈਂ ਪ੍ਰਾਨ। ਇਹਦੇ ਅਰਥ ਨੇ, ਕਹਿਣ ਲੱਗੇ ਦਇਆ ਧਰਮ ਦਾ ਮੂਲ ਹੈ, ਮੁੱਢ ਹੈ।
ਪਾਪ ਛੱਡ ਕੇ ਦਇਆ ਹਿਰਦੇ ਵਿੱਚ ਵਸਾ। ਉਹਨਾਂ ਸਮਾਂ ਤੁਲਸੀ ਕਹਿਣ ਲੱਗਿਆ ਦਇਆ ਤਿਆਗਣੀ ਨਹੀਂ ਚਾਹੀਦੀ ਜਿੰਨਾ ਸਮਾਂ ਤੇਰੇ ਹਿਰਦੇ ਵਿੱਚ ਤੇਰੇ ਜੀਵਨ ਅੰਦਰ ਸਵਾਸਾਂ ਦੀ ਲੌਂ ਚੱਲ ਰਹੀ ਹੈ। ਤਾਂ ਗੁਰੂ ਨੇ ਬਚਨ ਆਖੇ ਪੰਡਤ ਹਰਦਿਆਲ ਜੀ ਨੂੰ, ਧੌਲ ਧਰਮ ਦਇਆ ਕਾ ਪੂਤ। ਇੱਕ ਬੇਨਤੀ ਤੁਹਾਨੂੰ ਹੋਰ ਕਹਾਂ, ਤੁਸੀਂ ਗੁਰੂ ਸਾਹਿਬਾਨਾਂ ਦਾ ਜੀਵਨ ਵੇਖੋ ਨਾ। ਜੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਚਾਂਦਨੀ ਚੌਕ ਵਿੱਚ ਸ਼ਹਾਦਤ ਦਿੰਦੇ ਐ, ਇਹਦੇ ਪਿੱਛੇ ਗੁਰੂ ਦੇ ਹਿਰਦੇ ਵਿੱਚ ਦਇਆ ਹੈ, ਜੰਝੂ ਨਾਲ ਬਹੁਤਾ ਸੰਬੰਧ ਨਹੀਂ ਹੈ। ਤੁਸੀਂ ਇੱਕ ਗੱਲ ਵੇਖੋ, 9 ਸਾਲ ਦੀ ਉਮਰ ਹੈ, ਪੰਡਤ ਹਰਦਿਆਲ ਦਾ ਜਨੇਊ ਹਜ਼ੂਰ ਨੇ ਪਹਿਨਿਆ ਨਹੀਂ, ਕਿਉਂਕਿ ਸਾਹਿਬ ਨੇ ਇੱਕ ਗੱਲ ਸਮਝਾਈ, ਜਿਹੜਾ ਵਿਤਕਰੇ ਪਾਉਂਦਾ ਤੇ ਇਹੋ ਜਿਹਾ ਜਨੇਊ ਮੈਂ ਨਹੀਂ ਪਹਿਨਦਾ। ਉਹੀ ਜੋਤ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ। ਤੇ ਪੰਡਤ ਸਤਿਗੁਰੂ ਦੇ ਚਰਨਾਂ ਵਿੱਚ ਆਏ, ਬੇਨਤੀ ਕੀ ਕੀਤੀ, ਮਹਾਰਾਜ ਔਰੰਗਜ਼ੇਬ ਸਾਡੇ ਜੰਝੂ ਲਾਈ ਜਾ ਰਿਹਾ ਹੈ, ਸਾਨੂੰ ਸਾਡੇ ਧਰਮ ਤੋਂ ਰੋਕੀ ਜਾ ਰਿਹਾ ਹੈ, ਸਾਡੀ ਪੱਤ ਰੋਲੀ ਜਾ ਰਿਹਾ ਹੈ, ਕਿਰਪਾ ਕਰਕੇ ਸਾਡਾ ਧਰਮ ਬਚਾਓ। ਹੁਣ ਹਜ਼ੂਰ ਨੇ ਬਚਨ ਕੀ ਕਹੇ ਸਨ, ਕਹਿਣ ਲੱਗੇ ਵੀ ਭਲਿਆ ਵੇਖ ਤੇਰੇ ਜੰਝੂ ਨਾਲ ਮੇਰਾ ਬਾਹ ਵਾਸਤਾ ਨਹੀਂ ਹੈ। ਕਦੀ ਮੈਂ ਪਹਿਲੇ ਜਾਮੇ ਅੰਦਰ 9 ਸਾਲ ਦੀ ਉਮਰ ਵਿੱਚ ਪਹਿਨਿਆ ਨਹੀਂ, ਪਰ ਜੇ ਔਰੰਗਜ਼ੇਬ ਧੱਕੇ ਨਾ ਲਾਏਗਾ ਮੈਂ ਲਾਉਣ ਵੀ ਨਹੀਂ ਦੇਣਾ। ਜੇ ਜ਼ੁਲਮ ਕਰੇਗਾ ਮੈਂ ਇਹ ਜ਼ੁਲਮ ਦੇ ਖਿਲਾਫ ਆਵਾਜ਼ ਵੀ ਉਠਾਵਾਂਗਾ। ਤਾਂ ਗੁਰੂ ਨੇ ਪੰਡਤਾਂ ਦੀ ਹਾਲਾਤ ਵੇਖ ਕੇ, ਉਹਨਾਂ ਦੀ ਬੇਨਤੀ ਮੰਨ ਕੇ ਦਇਆ ਦੇ ਘਰ ਨੇ ਸ਼ਹਾਦਤ ਚਾਂਦਨੀ ਚੌਕ ਵਿੱਚ ਦਿੱਤੀ ਹੈ। ਇੱਕ ਬੇਨਤੀ ਸੀ, ਇਤਿਹਾਸ ਦੇ ਪੰਨਿਆਂ ਨੂੰ ਤੇ ਬਹੁਤਾ ਬਾਚਦੇ ਨਹੀਂ, ਪਰ ਮੈਂ ਤੁਹਾਨੂੰ ਇੱਕ ਬੇਨਤੀ ਕਹਿਣ ਲੱਗਿਆ, ਬੜੇ ਧਿਆਨ ਨਾਲ ਸੁਣਿਓ। ਪਹਿਲਾਂ ਔਰੰਗਜ਼ੇਬ ਨੇ ਬਹੁਤ ਹਿੰਦੂਆਂ ਦਾ ਕਤਲ ਕੀਤਾ, ਪਰ ਜਦੋਂ 11 ਨਵੰਬਰ 1675 ਈਸਵੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੁੰਦੀ ਹੈ ਨਾ, ਔਰੰਗਜ਼ੇਬ 1706 ਤੱਕ ਜਿਉਂਦਾ ਹੈ। ਬਾਅਦ ਵਿੱਚ 30 ਵਰਿਆਂ ਦੇ ਕਰੀਬ ਕਹਿ ਲਵੋ। ਉਸ ਤੋਂ ਬਾਅਦ ਉਹ ਪੂਰੀ ਇਤਿਹਾਸ ਦਾ ਪੰਨਾ ਪੜ੍ਹ ਕੇ ਵੇਖੋ, ਇੱਕ ਵੀ ਕਿਸੇ ਹਿੰਦੂ ਦਾ ਕਤਲ ਨਹੀਂ ਕਰਦਾ। ਉਹ ਇੰਨਾ ਭੈਭੀਤ ਹੋ ਗਿਆ ਸੀ ਗੁਰੂ ਕੀ ਸ਼ਹਾਦਤ ਤੋਂ, ਉਹਨੇ ਬਾਅਦ ਵਿੱਚ ਕੋਈ ਕਤਲੇਆਮ ਨਹੀਂ ਕੀਤਾ, ਕਿਸੇ ਦਾ ਜੰਝੂ ਨਹੀਂ ਲਾਇਆ। ਹੁਣ ਹਜ਼ੂਰ ਨੇ ਇੱਥੇ ਬਚਨ ਸਮਝਾਏ ਸਨ, ਕਹਿਣ ਲੱਗੇ ਵੀ ਦਇਆ ਦੀ ਕਪਾਹ ਵਾਲਾ ਜੰਝੂ ਮੈਨੂੰ ਪਹਿਨਾ। ਤੇ ਇੱਥੇ ਬਚਨ ਵਰਤੇ, ਕਹਿਣ ਲੱਗੇ ਧੌਲ ਧਰਮ ਦਇਆ ਕਾ ਪੂਤ। ਧਰਤੀ ਹੈ ਜਿਹੜੀ, ਉਹ ਕਿਸੇ ਧੌਲੇ ਬਲਦ ਦੇ ਸਿਰ ਤੇ ਨਹੀਂ ਖਲੋਤੀ। ਧਰਤੀ ਤੇ ਰੱਬ ਦੇ ਧਰਮ ਦੇ ਆਸਰੇ, ਉਹਦੇ ਹੁਕਮ ਦੇ ਆਸਰੇ ਜਿਹੜਾ ਧਰਮ ਦਇਆ ਦਾ ਪੁੱਤਰ ਹੈ, ਉਹਦੇ ਵਿੱਚੋਂ ਖਲੋਤੀ ਹੋਈ ਹੈ। ਗੁਰੂ ਨਾਨਕ ਸਾਹਿਬ ਜੀ ਦਾ ਬਚਨ ਪੜ੍ਹੋ, ਜਦੋਂ ਕਦੀ ਮੁਸਲਮਾਨ ਨਾਲ ਗੱਲ ਹੋਈ, ਕਾਜੀ ਨਾਲ ਗੱਲ ਹੋਈ, ਹਜ਼ੂਰ ਨੇ ਉਹਨੂੰ ਵੀ ਬਚਨ ਨਹੀਂ ਵਰਤਿਆ। ਸਾਹਿਬ ਕਹਿਣ ਲੱਗੇ ਮਿਹਰ ਮਸੀਤ ਸਿਦਕ ਮਸੱਲਾ ਹੱਕ ਹਲਾਲ ਕੁਰਾਨ ਸ਼ਰਮ ਸੁਨਤ ਸੀਲ ਰੋਜਾ ਹੋ ਮੁਸਲਮਾਨ। ਇਹ ਗੁਰਬਾਣੀ ਦੇ ਬੋਲ ਨੇ। ਸਤਿਗੁਰੂ ਕਹਿਣ ਲੱਗੇ ਕਾਜੀ ਤੂੰ ਮਸਜਿਦ ਵਿੱਚ ਬੈਠ ਕੇ ਰੱਬੀ ਨਮਾਜ਼ ਅਦਾ ਕਰਦਾ ਹੈ, ਇੱਕ ਕੰਮ ਕਰ, ਪਹਿਲਾਂ ਆਪਣੇ ਹਿਰਦੇ ਅੰਦਰ ਇੱਕ ਮਿਹਰ ਦੀ, ਇੱਕ ਤਰਸ ਦੀ, ਇੱਕ ਦਇਆ ਦੀ ਮਸੀਤ ਬਣਾ, ਮਸਜਿਦ ਬਣਾ ਆਪਣੇ ਅੰਦਰ। ਮਿਹਰ ਮਸੀਤ ਸਿਦਕ ਮਸੱਲਾ, ਤੂੰ ਮਸੱਲਾ ਵਸਾਉਣਾ। ਸਾਹਿਬ ਕਹਿਣ ਲੱਗੇ ਖੁਦਾ ਤੇ ਤੇਰਾ ਸਿਦਕ ਹੋਵੇ, ਭਰੋਸਾ ਹੋਵੇ, ਇਹ ਇੱਕ ਮਸੱਲਾ ਬਣਾ। ਹੱਕ ਹਲਾਲ ਕੁਰਾਨ, ਤੂੰ ਕੁਰਾਨ ਪੜ੍ਹਦਾ, ਪਵਿੱਤਰ ਕੁਰਾਨ ਦੇ ਬੋਲ ਪੜ੍ਹਦਾ,
अपनी किरत कमाई हक सच दी कर, एक कुरान बना। फिर बचन वरते हक हलाल कुरान, शर्म सुन्नत तू सुन्नत करदा है, तेरे धर्म की रौह रीत है। बकारां वाले पासे तो शर्म कर लै, ये एक सुन्नत कर। सील रोजा तू रोजे रखना, सील दा अर्थ है सहज सुभाव, क्रोध की बिरती त्याग के एक सहज अवस्था अपने पैदा कर। ये रोजे रख, हो मुसलमान, फिर तू पक्का मुसलमान बन जाएगा। हुण गुरु का वचन है ना जिहड़ा वो सांझ है। जे हजूर ने उन्होंने कहा ना भी तू दया की मसीत बना, तो सिख भी गुरुद्वारे आउंदा है, पहला इहदे हिरदे विच दया का गुरु घर चाहिए, दया का गुरुद्वारा चाहिए। ये भी अमृत बाणी पढ़दा है, ਇਹਦੇ अंदर भी परमात्मा ते भरोसा चाहिए। ये भी कुरान गुरु ग्रंथ साहिब के पवित्र बोल पढ़दा है। जे मुसलमान कुरान पढ़दा है तो ये अंदर भी हक सच की कमाई का एक गुरु ग्रंथ साहिब ये हिरदे अंदर वसिया होवे, फिर कदी जाके पक्का गुरु का सिख बनता है। तो गुरु ने जदों उन्होंने भी बचन आखे, बचन यही समझाए भी दया विचों धर्म निकलदा है। तो हजूर ने इत्थे बचन वरते। इतिहास विच एक गाथा भी है, वो मुसलमान धर्म दे विच ही है, प्यारा सिंह पदम की लिखी हुई है। कहन लगे हजरत मूसा रब्बी इबादत करन दे लई एकांत विच जाके उन्हें बैठना, ते एक दिन लंघ रहा सी ते एक आजड़ी भेडां चारन वाला वो अपना मुख उपा नूं करके ते खुदा नूं कुछ गल्लां कह रहा। कहन लग्या ऐ खुदा, मैं सुनिया भी तू कल्ला ही है, सच जानी मेरे भी मां बाप चले गए, भैन भरा कोई नहीं, गृहस्थी जीवन कोई नहीं, तू कल्ला मैं भी कल्ला ही है। ते किन्ना चंगा होवे तू मेरे कोल आके रह। ऐ खुदा मैं तेरी सेवा करांगा, तेरे कपड़े धोवांगा, तेरे लिए प्रसाद पानी का प्रबंध कर देंगा। जे तेनू कोई रोग लगेगा तेरे लिए दवा दारू का प्रबंध करांगा, तेरी सेवा विच रहांगा। तू अकल है मैं भी अकल है, आपां दोनों रल के ते अपना जीवन बसर करांगे। हजरत मूसा लंघ रहा सी, उहदे कन विच आवाज पई भी ये आजड़ी भेडां चारन वाला खुदा नूं की कह रहा है। उन्हें कोल होके ते क्रोधित होके ते एक चपेड़ उस आजड़ी दे मारी। कहन लग्या जिहड़ा खुदा सब दा पर्दा कजदा है उन्हें कपड़ा तू देगा, जिहड़ा सब नूं अरोगता बख्शदा है उहदी दवा दारू दा तू प्रबंध करेगा। इवें कई सख्त वचन कह के हजरत मूसा चलिया गया। हुण आदरी ने आख्या भी मैं ते सुनिया सी ते भुल हो गई, चलिया गया। शाम के वक्त कह लगे जदों वो रब्बी इबादत विच बैठदा है ना, उहदी सुरत बंदगी विच जुड़दी नहीं। मूसे ने अरदास की खुदा अगे मेरे तो की गुनाह होया। अगों कह लगे गैवी आवाज आई, कह लगे हजरत मूसा तैनू मैं टुटियां नूं जोड़न वास्ते कलिया सी, ना कि मैं तेनू जुड़ियां नूं तोड़न वास्ते कलिया सी। तू ते एक जुड़े हुए नूं जिहदा हिरदा इन्ना दया नाल भरिया होया सी, जिहड़ा मेरे नाल धर्म दीयां गल्लां कर रहा सी, जिहड़ा मेरे नाल रब्बी प्रीत दीयां गल्लां कर रहा सी, तू ते जुड़े हुए नूं तोड़ के आ गए।
ये तेरी गुस्ताखी है। मैं बेनती केवल इन्नी कह रहा, गुरु ये गल बाणी विच इत्थे कह रहे ने, जे को कह करे विचार करते कह करना ना ही समार। उस करतार वाहिगुरु परमात्मा दे कीते दा अंत नहीं। फिर बचन वरत्या, करते कह करने नाही समार, धौल धर्म दया का पूत। धर्म दया दा पुत्र है, धरती धर्म दे आसरे खलोती है, बलद दे आसरे नहीं है। धर्म दया विचों निकलदा है। तुसीं गुरु कलगीधर जी दी जीवन दी एक गाथा है। एक मुंशी सुजान राय वैद होया गुरु कलगीधर महाराज वेले। इनू हजूर ने यह बख्शिश की सी भी तेरे कोल बड़ा कीमती गुण है ते तू रब्बी गुणां दा वरतों करके तू हकीम है, वैद है ते सुजान राय तू लोकां नू दवा दारू दिया कर, भला होएगा। इन एक नगर दे बाहर ठिकाना करके ते इलाके विच ये दवा दारू दिंदा है। सियाणा बहुत सी, बेअंत लोकां विच इहदी प्रतिष्ठा आदर मान है। लम्मा वक्त निकल गया, आनंदपुर साहिब जा नहीं सकिया। इन्हें अरदास की, सतगुरु कदी गरीब नवाज इधर दी लंघो ते गरीब दे दर ते नवाज के जाओ, दर्शन दे के जाओ। इतिहास में एक जिक्र है भी एक दिन ये अपने हकीम खाने में कह लो अपने आसन ते बैठा है। इनू सुनेहा पहुंच गया भी अज गुरु कलगीधर जी आ रहे हैं। कह लगे ये उड़ीक कर रहे है। दूरों निगाह पई कि गुरु कलगीधर जी घोड़े ते सवार ने, बेअंत सिख नाल घोड़ियां ते सवार ने, सतगुरु आ रहे हैं। हिरदा बहुत चाओ उमंग नाल भर गया। हजे दूरों गुरु कलगीधर जी नू दर्शन कर रहे है, साहब आ रहे ने। इधर एक नगर विचों बजुर्ग मां आई, उन्हें आके इस गल की बेनती कहन लगी, वैद मेरा पुत्र दर्द नाल कुरला रहा है, उहदे पेट विच सूल उठी है, सूल दा अर्थ हुंदा दर्द उठिया है, ते तू चल मैनू दवा दारू दे। हुण जिहड़ा वैद सुजान सी ना, इहदे मन में आया भी गुरु घर आ रहा है, कदी ये ना होवे मैं दवा दारू देन चलिया जावां गुरु चले जाए। बड़े लंबे वक्त बाद आ रहे। दूजा इहदे मन में ख्याल आया कि गुरु कलगीधर जी ने ते बचन कीता सी, वैद सुजान तू भला करना ते जे मैं इस माई नाल ना गया इहदे बच्चे नू दवा दारू देन, ये ना होवे गुरु नाराज ही हो जाए। दोनों पासे विचारा करदियां करदियां इन्हें मन विचों ही अरदास करके, सतगुरु इत्थे आसन करियो, मैं तुहाडा हुक्म बजा के आउणा। उस माई नाल गया, उहदे बच्चे नू दवा दे के अरोगता बख्श के जदों वापस आउंदा है ना, गुरु कलगीधर महाराज इहदे आसन ते बैठे सन, वैद सुजान ते। जदों साहब नू आके नमस्कार कीती ते गुरु कलगीधर जी ने बचन आख्या सी, कहन लगे वैद सुजान राय तू जीवन सफल कर लिया। गुरु प्यार उन्हों करदा है जिहड़ा हिरदे विच दया रख के पहला गुरु के बचन नू कमाउंदा है। तू मेरे दर्शनां तो पहला जिहड़ा मेरा हुक्म है भला करना, उन्होंने तू निभा के आया है। तू गुरु नानक दे दर अपना जीवन सफल कर ले। मैं बेनती केवल इन्हीं कह रही है, धौल धर्म दया का पूत। धर्म दया का पुत्र है। संतोख थाप रखिया जिन सूत। उस मालक परमात्मा ने अपने वालों संतोख दे के कुदरत नू संभालिया हुआ है।
ਸੰਤੋਖ ਥਾਪ ਰੱਖਿਆ ਜਿਨ ਸੂਤ, ਸੂਤ ਦਾ ਅਰਥ ਤੇ ਧਾਗਾ ਹੁੰਦਾ ਹੈ। ਹਜ਼ੂਰ ਕਹਿਣ ਲੱਗੇ ਭਲਿਆ ਜਿਵੇਂ ਇੱਕ ਧਾਗੇ ਵਿੱਚ ਮਣਕੇ ਪਰੋਏ ਜਾਂਦੇ ਹਨ। ਬਾਣੀ ਵਿੱਚ ਇੱਕ ਬਚਨ ਵੀ ਆਉਂਦਾ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸਤ ਸਹੰਸ, ਜੈਸੇ ਓਤ ਪੋਤ ਪ੍ਰਭ ਸੋਈ। ਕਹਿਣ ਲੱਗੇ ਰੱਬ ਨੇ ਸ੍ਰਿਸ਼ਟੀ ਇਵੇਂ ਬਣਾਈ ਹੈ, ਇਵੇਂ ਸੰਭਾਲੀ ਹੈ, ਜਿਵੇਂ ਇੱਕ ਧਾਗੇ ਵਿੱਚ ਬੇਅੰਤ ਮਣਕੇ ਸੰਭਾਲੇ ਜਾਂਦੇ। ਧਾਗਾ ਤੇ ਇੱਕੋ ਹੀ ਹੈ, ਮਣਕੇ ਭਾਵੇਂ ਹਜ਼ਾਰਾਂ ਹੋਣ, ਉਹਦੇ ਵਿੱਚ ਪਰੋਏ ਜਾਂਦੇ ਆ। ਹੁਣ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਇੱਥੇ ਬਚਨ ਵਰਤਿਆ, ਕਹਿਣ ਲੱਗੇ ਪਰਮਾਤਮਾ ਨੇ ਸੰਤੋਖ ਦੇ ਸੂਤਰ ਰਾਹੀਂ ਇਸ ਰੱਬੀ ਕੁਦਰਤ ਨੂੰ ਸੰਭਾਲਿਆ ਹੋਇਆ ਹੈ। ਬ੍ਰਹਮਨ ਹਜ਼ੂਰ ਦੀ ਗੱਲ ਚੱਲਦੀ ਸੀ ਪੰਡਤ ਨਾਲ। ਪੰਡਤ ਬਾਰ-ਬਾਰ ਇਹ ਗੱਲ ਆਖਦਾ ਹੈ, ਧਰਤੀ ਬਲਦ ਦੇ ਆਸਰੇ ਹੈ। ਹੁਣ ਹਜ਼ੂਰ ਨੂੰ ਇੱਕ ਸਵਾਲ ਕਰਦੇ, ਕਹਿਣ ਲੱਗੇ ਪੰਡਤ ਜੀ ਮੰਨ ਲੈਂਦੇ ਆ ਵੀ ਧਰਤੀ ਬਲਦ ਦੇ ਆਸਰੇ ਹੈ, ਫਿਰ ਤੂੰ ਇੱਕ ਗੱਲ ਦੱਸ ਵੀ ਜਿਹੜਾ ਬਲਦ ਹੈ ਉਹ ਕਿਹਦੇ ਆਸਰੇ ਖਲੋਤਾ ਹੈ? ਉਹ ਅੱਗੋਂ ਕਹਿਣ ਲੱਗਿਆ ਸਤਿਗੁਰੂ ਉਹਦੇ ਥੱਲੇ ਧਰਤੀ ਹੈ, ਉਹ ਧਰਤੀ ਦੇ ਆਸਰੇ ਖਲੋਤਾ ਹੈ। ਸਾਹਿਬ ਕਹਿਣ ਲੱਗੇ ਫਿਰ ਉਹ ਧਰਤੀ ਦੂਜੀ ਕਿਹਦੇ ਆਸਰੇ ਖਲੋਤੀ ਹੈ? ਕਹਿਣ ਲੱਗਿਆ ਸਤਿਗੁਰੂ ਉਹਦੇ ਥੱਲੇ ਬਲਦ ਹੈ। ਸਾਹਿਬ ਕਹਿਣ ਲੱਗੇ ਉਹ ਬਲਦ ਕਿਹਦੇ ਆਸਰੇ ਖਲੋਤਾ ਹੈ? ਕਹਿਣ ਲੱਗਿਆ ਧਰਤੀ, ਧਰਤੀ ਕਿਹਦੇ ਆਸਰੇ ਬਲਦ? ਲੰਮੀ ਗੱਲ ਚੱਲੀ ਤੇ ਹਜ਼ੂਰ ਨੂੰ ਅਖੀਰ ਤੇ ਕਹਿਣ ਲੱਗਿਆ ਮਹਾਰਾਜ ਅਖੀਰ ਤੇ ਭਗਵਾਨ ਨੇ ਖੜਿਆਂ ਕੀਤੀ ਹੋਈ ਹੈ ਧਰਤੀ। ਸਤਿਗੁਰੂ ਕਹਿਣ ਲੱਗੇ ਤੂੰ ਫਿਰ ਪਹਿਲਾਂ ਕਿਉਂ ਇਹ ਕੁਫਰ ਤੋਲੀ ਜਾ ਰਿਹਾ? ਤੈਨੂੰ ਪਹਿਲਾਂ ਹੀ ਇਹ ਬਚਨ ਆਖਿਆ ਧਰਤੀ ਬਲਦ ਦੇ ਆਸਰੇ ਨਹੀਂ, ਇਹ ਰੱਬੀ ਹੁਕਮ ਦੇ ਆਸਰੇ ਹੈ। ਇੱਕ ਬੇਨਤੀ ਕਰਾਂ, ਗੁਰਬਾਣੀ ਵਿੱਚ ਇੱਕ ਬਚਨ ਆਉਂਦਾ ਹੈ, ਬੜੇ ਧਿਆਨ ਨਾਲ ਸੁਣਿਓ, ਗੁਰੂ ਰਾਮਦਾਸ ਜੀ ਦਾ ਬਚਨ ਹੈ। ਸਾਹਿਬ ਕਹਿਣ ਲੱਗੇ ਲੋਕਾਈ ਇੱਕ ਗੱਲ ਆਖਦੀ ਹੈ ਕਿ ਸ਼ੇਰ ਤੇ ਬੱਕਰੀ ਇੱਕੋ ਥਾਂ ਤੇ ਨਹੀਂ ਬੰਨੇ ਜਾ ਸਕਦੇ, ਕਿਉਂਕਿ ਜੇ ਸ਼ੇਰ ਕੋਲ ਬੱਕਰੀ ਹੋਏਗੀ ਤੇ ਉਹਨੇ ਉਹਨੂੰ ਚੀਰ ਦੇਣਾ, ਮਾਰ ਮੁਕਾਉਣਾ। ਪਰ ਗੁਰੂ ਰਾਮਦਾਸ ਜੀ ਕਹਿਣ ਲੱਗੇ ਜੇ ਤੂੰ ਖੁਦਾ ਨੂੰ ਵੇਖੇ, ਰੱਬ ਨੂੰ ਯਕੀਨ ਜਾਣ, ਉਹਨੇ ਬੱਕਰੀ ਤੇ ਸ਼ੇਰ ਨੂੰ ਇੱਕੋ ਹੀ ਥਾਂ ਬੰਨਿਆ ਹੋਇਆ। ਸਤਿਗੁਰੂ ਕਿਵੇਂ ਪਤਾ ਬਚਨ ਕੀ ਆਖੇ? ਕਹਿਣ ਲੱਗੇ ਰੱਬ ਇੰਨਾ ਬੇਅੰਤ ਹੈ, ਉਹਨੇ ਵਿੱਚ ਹੀ ਪਾਣੀ ਪੈਦਾ ਕੀਤਾ, ਵਿੱਚ ਹੀ ਧਰਤੀ ਪੈਦਾ ਕੀਤੀ ਹੈ, ਵਿੱਚ ਹੀ ਫਿਰ ਪਾਣੀ ਵਿੱਚੋਂ ਅੱਗ ਪੈਦਾ ਕਰ ਦਿੱਤੀ, ਅੱਗ ਵਿੱਚੋਂ ਛਕਣ ਵਾਲੇ ਪਦਾਰਥ ਪੈਦਾ ਕਰ ਦਿੱਤੇ। ਰੱਬ ਇੰਨਾ ਬੇਅੰਤ ਹੈ, ਨਾ ਹੀ ਤੇ ਪਾਣੀ ਭਾਵੇਂ 3 ਗੁਣ ਹੈ ਪਾਣੀ ਅੱਜ ਵੀ, ਧਰਤੀ ਤੇ ਇੱਕ ਹਿੱਸਾ ਹੈ ਨਾ, ਪਰ ਪਾਣੀ ਦਾ ਵਸ ਨਹੀਂ ਚੱਲਦਾ ਵੀ ਉਹ ਧਰਤੀ ਨੂੰ ਖੋਰ ਕੇ ਪਰਾਂ ਮਾਰ ਦੇ, ਕਿਉਂਕਿ ਉਹ ਉਹਦੇ ਹੁਕਮ ਵਿੱਚ ਹੈ, ਹੁਕਮ ਤੋਂ ਬਾਹਰ ਨਹੀਂ ਹੈ। ਯਕੀਨ ਜਾਣੋ ਧਰਤੀ ਤੇ ਇਵੇਂ ਹੈ ਜਿਵੇਂ ਪਾਣੀ ਤੇ ਇੱਕ ਕਿਸ਼ਤੀ ਹੋਵੇ। ਪਰ ਸਤਿਗੁਰੂ ਗੁਰੂ ਰਾਮਦਾਸ ਜੀ ਕਹਿਣ ਲੱਗੇ ਰੱਬ ਨੇ ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਟ ਅਗਨ ਧਰੀਜੈ, ਬੱਕਰੀ ਸਿੰਘ ਇੱਕ ਤੈ ਥਾਂ ਰਾਖੈ, ਮਨ ਹਰ ਜਪ ਭ੍ਰਮ ਭਉ ਦੂਰ ਕੀਜੈ। ਕਹਿਣ ਲੱਗੇ ਭਲਿਆ ਰੱਬ ਨੇ ਬੱਕਰੀ ਸ਼ੇਰ ਮਾਨੋ ਇੱਕੋ ਥਾਂ ਬੰਨਿਆ ਹੋਇਆ, ਕਿੰਨਾ ਪਾਣੀ ਹੈ ਉਹਦੇ ਵਿੱਚ ਧਰਤੀ ਖੜਿਆਂ ਕਰ ਦਿੱਤੀ, ਪਾਣੀ ਨੂੰ ਵੀ ਹੁਕਮ ਕਰ ਦਿੱਤਾ ਤੂੰ ਇਹਨੂੰ ਖੋਰਨਾ ਨਹੀਂ, ਇਹਦੇ ਕਿਨਾਰੇ। ਫਿਰ ਉਹ ਪਰਮਾਤਮਾ ਨੇ ਕਿਰਪਾ ਕੀਤੀ, ਇਸੇ ਧਰਤੀ ਵਿੱਚ ਵੀ ਪਾਣੀ ਹੈ, ਉਹਦੇ ਵਿੱਚੋਂ ਲੱਕੜ ਪੈਦਾ ਕੀਤੀ, ਰੁੱਖ, ਹਰ ਰੁੱਖ ਵਿੱਚ ਅੱਗ ਹੈ, ਤੇ ਹਰ ਰੁੱਖ ਵਿੱਚੋਂ ਛਕਣ ਵਾਲਾ ਪਦਾਰਥ ਪੈਦਾ ਕਰ ਦਿੱਤਾ। ਇਹ ਸਾਰੀ ਜਿਹੜੀ ਕੁਦਰਤ ਹੈ ਇਹ ਉਸ ਬੇਅੰਤ ਦੀ ਹੈ। ਸਤਿਗੁਰੂ ਨੇ ਇੱਥੇ ਬਚਨ ਆਖੇ ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਰੱਬ ਨੇ ਸੰਤੋਖ ਦੇ ਧਾਗੇ ਨਾਲ ਧਰਮ ਦੇ ਆਸਰੇ ਕੁਦਰਤ ਨੂੰ ਸੰਭਾਲਿਆ।
ਧਰਤੀ ਹੋਰ ਪਰੈ ਹੋਰ ਹੋਰ। ਸਹਿਬ ਕਹਿਣ ਲੱਗੇ ਧਰਤੀ ਤੇ ਬੇਅੰਤ ਹੈ। ਕਿੱਥੋਂ ਤੱਕ ਇਹ ਕੂੜੀ ਗੱਲ ਕਰੇਗਾ ਕਿ ਬਲਦ ਦੇ ਆਸਰੇ ਖਲੋਤੀ ਹੈ। ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੈ ਕਵਨ ਜੋਰ। ਸਤਿਗੁਰੂ ਕਹਿਣ ਲੱਗੇ ਇਹਦੇ ਤਲੈ ਦਾ ਅਰਥ ਹੁੰਦਾ ਥੱਲੇ, ਤਿਸ ਤੇ ਭਾਰ ਤਲੈ ਕਵਨ ਜੋਰ। ਸਹਿਬ ਕਹਿਣ ਲੱਗੇ ਇਹ ਦੱਸ, ਇਹ ਧਰਤੀ ਥੱਲੇ ਬਲਦ ਹੈ ਤੇ ਬਲਦ ਫਿਰ ਕਿਹਦੇ ਆਸਰੇ ਖਲੋਤਾ ਹੈ। ਜਦੋਂ ਇਵੇਂ ਪੰਡਤ ਨਾਲ ਗੱਲ ਕੀਤੀ, ਉਹਦਾ ਭਰਮ ਦੂਰ ਕਰਕੇ ਉਹਨੂੰ ਧਰਮ ਨਾਲ ਜੋੜਿਆ, ਅਸਲੀਅਤ ਸਮਝਾਈ। ਸ਼ਾਇਦ ਤੁਹਾਨੂੰ ਪਤਾ ਹੋਵੇ, ਖਾਸ ਕਰਕੇ ਹਿੰਦੂ ਧਾਰਮਿਕ ਗ੍ਰੰਥਾਂ ਅੰਦਰ ਇਹ ਬਹੁਤ ਗੱਲ ਪ੍ਰਚਲਿਤ ਰਹੀ, ਆਮ ਲੁਕਾਈ ਵਿੱਚ ਵੀ ਚੱਲਦੀ ਰਹੀ ਵੀ ਧਰਤੀ ਬਲਦ ਦੇ ਆਸਰੇ ਖਲੋਤੀ ਹੈ। ਗੁਰੂ ਨਾਨਕ ਸਾਹਿਬ ਨਾਲ ਜਦੋਂ ਵਿਚਾਰ ਵਟਾਂਦਰਾ ਹੋਇਆ, ਹਜ਼ੂਰ ਨੇ ਇਹ ਰੱਬੀ ਉਪਦੇਸ਼ ਦੇ ਕੇ ਗੱਲ ਸਮਝਾਈ, ਭਲਿਆ ਤੂੰ ਧਰਮ ਨੂੰ ਕਮਾ, ਇਹ ਸਭ ਕੁਝ ਰੱਬੀ ਧਰਮ ਦੇ ਆਸਰੇ ਖਲੋਤਾ ਹੈ। ਹਾਂ, ਗੁਰੂ ਇੱਕ ਗੱਲ ਆਖਦਾ, ਤੂੰ ਕਾਦਰ ਦੀ ਕੁਦਰਤ ਨੂੰ ਵੇਖ ਕੇ ਕਰਤਾਰ ਦਾ ਸ਼ੁਕਰ ਕਰਿਆ ਕਰ। ਉਹ ਕਿੰਨਾ ਬੇਅੰਤ ਹੈ। ਇੱਕ ਬੀਜ ਧਰਤੀ ਵਿੱਚ ਪਾਇਆ, ਕਈ ਗੁਣਾ ਤੈਨੂੰ ਵਧਾ ਕੇ ਤੇਰੀ ਝੋਲੀ ਵਿੱਚ ਪਾਉਂਦਾ। ਤੁਸੀਂ ਕਦੀ ਖਿਆਲ ਕਰਕੇ ਵੇਖੋ, ਇੱਕ ਵਿਦਵਾਨ ਪੁਰਸ਼ ਨੇ ਬਚਨ ਆਖੇ ਸਨ, ਕਿੰਨੇ ਰੁੱਖ ਨੇ, ਰੁੱਖਾਂ ਨੂੰ ਫਲ ਲੱਗਿਆ, ਇੱਕ ਵੀ ਰੁੱਖ ਨਹੀਂ ਜਿਹੜਾ ਕਹਿੰਦਾ ਹੋਵੇ ਵੀ ਇਹ ਫਲ ਮੈਂ ਛਕਣਾ। ਉਹ ਸਾਰਾ ਹੀ ਵੰਡੀ ਜਾ ਰਿਹਾ। ਨਦੀਆਂ ਵਿੱਚ ਪਾਣੀ ਵਗਦਾ ਹੈ, ਕਦੀ ਨਦੀ ਨੇ ਇਹ ਗੱਲ ਜਾਂ ਸਮੁੰਦਰ ਨੇ ਆਖੀ ਨਹੀਂ ਵੀ ਇਹ ਪਾਣੀ ਦੂਜੇ ਨੂੰ ਨਹੀਂ ਦੇਣਾ। ਰੱਬ ਨੇ ਪਾਣੀ ਬਣਾਇਆ, ਇੱਕ ਦਾਤ ਹੈ ਰੱਬੀ। ਪਾਣੀ ਕਦੀ ਵਿਤਕਰਾ ਨਹੀਂ ਕਰਦਾ, ਜਿਵੇਂ ਮਨੁੱਖਤਾ ਇੱਕ ਦੂਜੇ ਨਾਲ ਵਿਤਕਰਾ ਕਰਦੀ ਹੈ ਨਾ, ਪਾਣੀ ਕਦੀ ਵਿਤਕਰਾ ਨਹੀਂ ਕਰਦਾ। ਇਹਦੇ ਕੋਲ ਪਸ਼ੂ ਆਏ, ਪੰਛੀ ਆਏ, ਮਨੁੱਖ ਆਏ, ਪੜ੍ਹਿਆ ਆਏ, ਅਨਪੜ੍ਹਿਆ ਆਏ, ਗੋਰਾ ਆਵੇ, ਕਾਲਾ ਆਵੇ, ਕੋਈ ਆਵੇ, ਜਿਹੜਾ ਇਹਨੂੰ ਪੀਂਦਾ ਉਹਨੂੰ ਤ੍ਰਿਪਤ ਕਰ ਦਿੰਦਾ। ਉਸ ਮਾਲਕ ਨੇ, ਕਾਦਰ ਨੇ ਆਪਣੀ ਬਣਾਈ ਕੁਦਰਤ ਦੇ ਅੰਦਰ ਬੜੀ ਵੱਡੀ ਸਮਾਨਤਾ ਰੱਖੀ ਹੈ। ਤੁਸੀਂ ਯਕੀਨ ਜਾਣੋ, ਇਹ ਤੇ ਬਾਅਦ ਵਿੱਚ ਲੁਕਾਈ ਨੇ ਕੰਮ ਕਰਨੇ। ਅੱਜ ਜਿਵੇਂ ਧਰਤੀ ਦੀ ਵੰਡ ਪਾਈ ਹੈ, ਮਨੁੱਖ ਦਾ ਵਸ ਚੱਲੇ ਤੇ ਆਕਾਸ਼ ਦੀ ਵੀ ਵੰਡ ਪਾ ਲਵੇ ਤੇ ਪਾਉਣ ਦੀ ਯਤਨ ਕਰਦਾ, ਇਹਦਾ ਵਸ ਚੱਲੇ ਤੇ ਪਰਮਾਤਮਾ ਨੂੰ ਵੀ ਵੰਡ ਲੇ। ਤਾਂ ਹੀ ਤੇ ਲੋਕ ਧੜਿਆਂ ਵਿੱਚ ਕਈ ਵਾਰੀ ਧਰਮ ਵੰਡ ਲੈਂਦੇ ਆ, ਪਰ ਰੱਬ ਨੇ ਅਜਿਹਾ ਨਹੀਂ ਕੀਤਾ, ਕਰਤਾਰ ਨੇ ਅਜਿਹਾ ਨਹੀਂ ਕੀਤਾ। ਸਾਹਿਬ ਨੇ ਤੇ ਇੱਕ ਬਚਨ ਜਪਜੀ ਸਾਹਿਬ ਵਿੱਚ ਹੀ ਗਾਂ ਜਾ ਕੇ ਆਖਿਆ, ਕਹਿਣ ਲੱਗੇ ਰੱਬ ਨੇ ਤੇ ਕਿਰਪਾ ਕੀਤੀ ਸੀ, ਰਾਤੀ ਰੁੱਤੀ ਥਿੱਤੀ ਬਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ। ਉਹਨੇ ਤੇ ਤੈਨੂੰ ਰਾਤਾਂ ਰੁੱਤਾਂ ਥਿੱਤ ਬਾਰ ਦਿਨ ਦੇ ਕੇ, ਪੌਣ ਪਾਣੀ ਅੱਗ ਦੇ ਕੇ ਧਰਤੀ ਇੱਕ ਧਰਮਸ਼ਾਲਾ ਬਣਾਈ ਸੀ ਵੀ ਸਜਣਾ ਤੂੰ ਇਹ ਧਰਮਸ਼ਾਲਾ ਵਿੱਚ ਧਰਮ ਨੂੰ ਕਮਾਈ, ਤੇਰਾ ਸਦੀ ਵੀ ਟਿਕਾਣਾ ਨਹੀਂ ਹੈ, ਪਰ ਤੂੰ ਇਹਨੂੰ ਖਿਆਲ ਨਹੀਂ ਕਰਦਾ। ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ, ਕਿਉਂਕਿ ਲੰਬੇਰੀ ਪੌੜੀ ਹੈ, ਇੱਥੇ ਇਹ ਗੱਲ ਸਮਝਾ ਦਿੱਤੀ ਕਿ ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਨ ਸੂਤ। ਇਹ ਗੱਲ ਹਜ਼ੂਰ ਨੇ ਪੰਡਤ ਨੂੰ ਸਮਝਾਈ, ਮਨੁੱਖਤਾ ਨੂੰ ਸਮਝਾਈ। ਅਗਲੇ ਬਚਨ ਆਪਾਂ ਕੱਲ ਵਿਚਾਰਾਂਗੇ। ਜੀ ਜਾਤ ਰੰਗਾ ਕੇ ਨਾਮ, ਸਭਨਾ ਲਿਖਿਆ ਬੁੜੀ ਕਲਾਮ। ਰੱਬ ਨੇ ਕਿੰਨੇ ਤਰ੍ਹਾਂ ਦੇ ਜੀਵ ਪੈਦਾ ਕੀਤੇ, ਰੰਗ ਵੱਖਰੇ, ਨਾਮ ਵੱਖਰੇ, ਉਹ ਬੇਅੰਤ ਹੈ। ਉਹ ਆਪਾਂ ਕੱਲ ਰੋਜ਼ ਵਿਚਾਰਾਂਗੇ। ਅੱਜ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ। ਭੁੱਲ ਚੁੱਕ ਦੀ ਖਿਮਾ ਬਖਸ਼ਣਾ।